ਅੱਜ ਦੀ ਜੋ ਕਹਾਣੀ ਤੁਹਾਨੂੰ ਦੱਸਾਂਗੇ ਉਸ ਨੂੰ ਸੁਣ ਕੇ ਤੁਹਾਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ। ਇਹ ਕਹਾਣੀ ਉਸ ਬਾਪ ਧੀ ਦੀ ਹੈ ਜਿਸ ਪਿਤਾ ਨੇ 20 ਸਾਲ ਤੱਕ ਆਪਣੀ ਧੀ ਨੂੰ ਆਪਣੇ ਘਰ ਪਾਲ ਪੋਸ ਕੇ ਬਾਅਦ ਵਿੱਚ ਬੇਗਾਨੇ ਘਰ ਤੋਰਨਾ ਹੁੰਦਾ ਹੈ। ਪਰ ਇਹ ਤੇ ਰੀਤ ਬਣੀ ਹੋਈ ਹੈ ਕਿ ਧੀ ਆਪਣੇ ਘਰ ਵਿੱਚ ਕਦੇ ਨਹੀਂ ਰਹਿ ਸਕਦੀ। ਪਰ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਉਸਦੇ ਮਾਤਾ ਪਿਤਾ ਉਸਦੇ ਜਨਮ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਅਤੇ ਉਸਦੇ ਵਿਆਹ ਲਈ ਸਮਾਨ ਵੀ ਇਕੱਠਾ ਕਰਨ ਲੱਗ ਜਾਂਦੇ ਨੇ, ਕਿਉਂਕਿ ਉਹ ਸੋਚਦੇ ਨੇ ਕਿ ਜੇਕਰ ਅਸੀਂ ਅੱਜ ਤੋਂ ਆਪਣੀ ਧੀ ਲਈ ਕੁਝ ਨਾ ਕੁਝ ਜੋੜਨਾ ਸ਼ੁਰੂ ਕਰਾਂਗੇ ਤਾਂ ਇਸ ਦੇ ਵਿਆਹ ਤੱਕ ਕੁਝ ਕਰ ਸਕਾਂਗੇ। ਕਿਉਂਕਿ ਹਰ ਇੱਕ ਮਾਤਾ ਪਿਤਾ ਦੀ ਇਹੀ ਸੋਚ ਹੁੰਦੀ ਹੈ ਕਿ ਮੇਰੀ ਧੀ ਦੇ ਵਿਆਹ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਾ ਰਵੇ। ਇਸ ਕਹਾਣੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ। ਬੜੇ ਚਾਵਾਂ ਤੇ ਲਾਡਾਂ ਨਾਲ ਪਾਲੇ ਸੁਖਦੇਵ ਨੇ ਆਪਣੀ ਧੀ ਨੂੰ ਬਹੁਤ ਪਿਆਰ ਦਿੱਤਾ ਅਤੇ ਉਸ ਨੂੰ ਲੜਕਿਆਂ ਵਾਂਗੂ ਪਾਲਿਆ। ਅਤੇ ਨਾ ਹੀ ਸੁਖਦੇਵ ਸਿੰਘ ਨੇ ਆਪਣੀ ਧੀ ਸੀਰਤ ਵਿੱਚ ਕਦੇ ਇਸ ਤਰ੍ਹਾਂ ਦਾ ਕੋਈ ਫਰਕ ਰੱਖਿਆ ਕਿ ਉਹ ਧੀ ਹੈ, ਪਰ ਉਸ ਨੂੰ ਤਾਂ ਪੁੱਤਾਂ ਵਾਂਗੂ ਹੀ ਪਿਆਰ ਮਿਲਦਾ ਰਿਹਾ। ਸੀਰਤ ਦੀ ਪੜ੍ਹਾਈ ਖਤਮ ਹੋਣ ਤੇ ਸੀਰਤ ਦੇ ਪਿਤਾ ਨੇ ਆਪਣੀ ਬੇਟੀ ਲਈ ਲੜਕਾ ਦੇਖਿਆ ਅਤੇ ਸੀਰਤ ਨੂੰ ਵੀ ਉਹ ਲੜਕਾ ਦਿਖਾ ਦਿੱਤਾ ਗਿਆ। ਪਰ ਫਿਰ ਵੀ ਸੁਖਦੇਵ ਸਿੰਘ ਨੇ ਆਪਣੀ ਬੇਟੀ ਨੂੰ ਇੱਕ ਵਾਰ ਪੁੱਛਣਾ ਜ਼ਰੂਰੀ ਸਮਝਿਆ ਕਿ ਉਸ ਨੂੰ ਇਹ ਰਿਸ਼ਤਾ ਮਨਜ਼ੂਰ ਵੀ ਹੈ ਜਾਂ ਨਹੀਂ। ਅਤੇ ਸੁਖਦੇਵ ਸਿੰਘ ਆਪਣੀ ਬੇਟੀ ਨੂੰ ਇੱਕ ਸਾਈਡ ਤੇ ਲੈ ਗਿਆ ਅਤੇ ਉਸਨੇ ਪੁੱਛਿਆ ਕਿ ਬੇਟਾ ਤੂੰ ਦੱਸ ਤੇਰੀ ਕੀ ਇੱਛਾ ਹੈ। ਸੀਰਤ ਨੇ ਆਖਿਆ ਕਿ ਪਿਤਾ ਜੀ, ਅਗਰ ਤੁਹਾਨੂੰ ਲੜਕਾ ਪਸੰਦ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਤੁਸੀਂ ਜੋ ਵੀ ਕਰੋਗੇ ਮੇਰੇ ਭਲੇ ਲਈ ਹੀ ਕਰੋਗੇ। ਜਿਸ ਤੋਂ ਬਾਅਦ ਸੀਰਤ ਦੇ ਪਿਤਾ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਲੜਕੇ ਵਾਲਿਆਂ ਨੂੰ ਹਾਂ ਕਰ ਦਿੱਤੀ, ਕਿਉਂਕਿ ਲੜਕਾ ਚੰਗਾ ਸੀ ਅਤੇ ਪਰਿਵਾਰ ਵੀ ਚੰਗਾ ਸੀ। ਲੜਕੇ ਦਾ ਕੰਮਕਾਰ ਵੀ ਬਹੁਤ ਵਧੀਆ ਸੀ। ਜਿਸ ਤੋਂ ਬਾਅਦ ਉਹਨਾਂ ਦੀ ਅੰਗੇਜਮੈਂਟ ਵੀ ਕਰ ਦਿੱਤੀ ਗਈ। ਫਿਲਹਾਲ ਦੇ ਸਮੇਂ ਵਿੱਚ ਸੀਰਤ ਦਾ ਹੋਣ ਵਾਲਾ ਪਤੀ ਹਰਜੀਤ ਸਿੰਘ ਸੀਰਤ ਦੇ ਪਰਿਵਾਰ ਨਾਲ ਅਤੇ ਸੀਰਤ ਨਾਲ ਚੰਗਾ ਵਰਤਾਵ ਕਰ ਰਿਹਾ ਸੀ। ਪਰ ਜਦੋਂ ਸੀਰਤ ਤੇ ਹਰਜੀਤ ਦਾ ਵਿਆਹ ਰੱਖਿਆ ਤੇ ਹਰਜੀਤ ਦੇ ਪਿਤਾ ਨੇ ਸੀਰਤ ਦੇ ਮਾਤਾ ਪਿਤਾ ਤੋਂ ਵਿਆਹ ਵਾਲੇ ਦਿਨ ਲਾਵਾਂ ਹੋਣ ਤੋਂ ਪਹਿਲਾਂ ਹੀ 25 ਲੱਖ ਰੁਪਏ ਦੀ ਮੰਗ ਕਰ ਲਈ। ਜਿਸ ਤੋਂ ਬਾਅਦ ਸੀਰਤ ਦੇ ਪਿਤਾ ਸੁਖਦੇਵ ਸਿੰਘ ਅਤੇ ਸੀਰਤ ਦੇ ਪਿਤਾ ਸੋਚਣ ਲੱਗੇ ਕਿ ਮੈਂ ਇੰਨੀ ਵੱਡੀ ਰਕਮ ਕਿੱਥੋਂ ਇਕੱਠੀ ਕਰਾਂਗਾ। ਪਰ ਇਸ ਗੱਲ ਦਾ ਹਰਜੀਤ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਮਾਤਾ ਪਿਤਾ ਸੀਰਤ ਦੇ ਮਾਤਾ ਪਿਤਾ ਤੋਂ ਪੈਸਿਆਂ ਦੀ ਮੰਗ ਕਰ ਰਹੇ ਨੇ। ਜਦ ਕਿ ਹਰਜੀਤ ਦੇ ਮਾਤਾ ਪਿਤਾ ਨੇ ਸੀਰਤ ਦੇ ਪਿਤਾ ਨੂੰ ਇਹ ਧਮਕੀ ਵੀ ਦੇ ਦਿੱਤੀ ਸੀ ਕਿ ਜੇਕਰ ਉਹ 25 ਲੱਖ ਰੁਪਇਆ ਨਹੀਂ ਦੇ ਸਕਦੇ ਤਾਂ ਇਹ ਵਿਆਹ ਵੀ ਕੈਂਸਲ ਹੋ ਜਾਵੇਗਾ। ਪਰ ਕਿਵੇਂ ਨਾ ਕਿਵੇਂ ਸੀਰਤ ਦੇ ਪਿਤਾ ਨੇ 25 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਅਤੇ ਹਰਜੀਤ ਸਿੰਘ ਦੇ ਮਾਤਾ ਪਿਤਾ ਨੂੰ ਦੇ ਦਿੱਤੇ। ਜਿਸ ਤੋਂ ਬਾਅਦ ਲਾਵਾਂ ਹੋ ਗਈਆਂ ਅਤੇ ਉਹਨਾਂ ਦਾ ਵਿਆਹ ਸੰਪੂਰਨ ਹੋ ਗਿਆ। ਵਿਆਹ ਦੇ 3 ਮਹੀਨੇ ਤੱਕ ਤਾਂ ਹਰਜੀਤ ਸੀਰਤ ਨਾਲ ਵਧੀਆ ਵਰਤਾਵ ਕਰਦਾ ਰਿਹਾ, ਪਰ ਉਸ ਤੋਂ ਬਾਅਦ ਉਸਦੇ ਸਹੁਰਾ ਪਰਿਵਾਰ ਨੇ ਸੀਰਤ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਗੱਲ ਸੀਰਤ ਨੇ ਆਪਣੇ ਪਿਤਾ ਨੂੰ ਦੱਸੀ ਤਾਂ ਉਸਦੇ ਪਿਤਾ ਨੇ ਗੁੱਸੇ ਵਿੱਚ ਸੀਰਤ ਦੇ ਘਰ ਜਾ ਕੇ ਬੋਲਿਆ ਤਾਂ ਕੁਝ ਵੀ ਨਹੀਂ। ਉਸਨੇ ਪਿਆਰ ਨਾਲ ਹਰਜੀਤ ਨੂੰ ਬਾਹਰ ਬੁਲਾਇਆ ਜਿੱਥੇ ਕਿ ਹਰਜੀਤ ਸਿੰਘ ਦੀ ਗੱਡੀ ਖੜੀ ਸੀ ਅਤੇ ਸੀਰਤ ਦੇ ਪਿਤਾ ਵੀ ਉਸ ਗੱਡੀ ਕੋਲ ਖੜ ਗਏ। ਸੀਰਤ ਦੇ ਪਿਤਾ ਨੇ ਹਰਜੀਤ ਨੂੰ ਕਿਹਾ ਕਿ ਬੇਟਾ ਇਸ ਗੱਡੀ ਵਿੱਚ ਬੈਠੋ ਅਤੇ ਆਪਾਂ ਕਿਤੇ ਚੱਲ ਕੇ ਆਉਣਾ ਹੈ। ਪਹਿਲਾਂ ਤਾਂ ਹਰਜੀਤ ਨੇ ਮਨਾ ਕਰ ਦਿੱਤਾ, ਬਾਅਦ ਵਿੱਚ ਉਸਦੇ ਪਿਤਾ ਨੇ ਕਿਹਾ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਤੂੰ ਮੇਰੇ ਨਾਲ ਚੱਲ। ਜਿਸ ਤੋਂ ਬਾਅਦ ਹਰਜੀਤ ਵੀ ਗੱਡੀ ਵਿੱਚ ਸਵਾਰ ਹੋ ਗਿਆ ਅਤੇ ਹਰਜੀਤ ਡਰਾਈਵਿੰਗ ਕਰਨ ਲੱਗਾ। ਨਾਲ ਵਾਲੀ ਸੀਟ ਤੇ ਸੀਰਤ ਦੇ ਪਿਤਾ ਬੈਠੇ ਸਨ ਅਤੇ ਸੀਰਤ ਦੇ ਪਿਤਾ ਨੇ ਗੱਲ ਕਰਦੇ ਕਰਦੇ ਹਰਜੀਤ ਸਿੰਘ ਨੂੰ ਕਿਹਾ ਕਿ ਇਹ ਗੱਡੀ ਕਿਸ ਦੀ ਹੈ। ਹਰਜੀਤ ਨੇ ਆਖਿਆ ਕਿ ਇਹ ਗੱਡੀ ਮੇਰੀ ਹੈ ਅਤੇ ਪੁੱਛਿਆ ਕਿ ਤੂੰ ਗੱਡੀ ਕਿੰਨੇ ਵਿੱਚ ਲਈ ਹੈ ਤੇ ਉਸਨੇ ਬੋਲਿਆ ਕਿ ਮੈਂ 5 ਲੱਖ ਰੁਪਏ ਲਾ ਕੇ ਇਹ ਗੱਡੀ ਲਈ ਹੈ। ਪਰ ਸੀਰਤ ਦੇ ਪਿਤਾ ਨੇ ਘੁਮਾ ਫਿਰਾ ਕੇ ਇੱਕ ਗੱਲ ਕਹੀ ਕਿ ਤੂੰ ਇਸ ਗੱਡੀ ਨੂੰ ਮੈਨੂੰ ਦੇ ਅਤੇ ਮੇਰੇ ਘਰ ਇਸ ਗੱਡੀ ਨੂੰ ਖੜੀ ਕਰ ਦੇ। ਮੈਂ ਇਹ ਗੱਡੀ ਤੇਰੇ ਤੋਂ ਲੈਣੀ ਚਾਹੁੰਦਾ ਹਾਂ। ਪਰ ਗੁੱਸੇ ਵਿੱਚ ਹਰਜੀਤ ਨੇ ਕਿਹਾ ਕਿ ਮੈਂ ਤੁਹਾਨੂੰ ਕਿਉਂ ਦੇ ਦੇਵਾਂ, ਇਹ ਗੱਡੀ ਦੇ ਮੈਂ ਪੂਰੇ 5 ਲੱਖ ਰੁਪਏ ਲਗਾ ਕੇ ਗੱਡੀ ਲਈ ਹੈ, ਫਿਰ ਮੈਂ ਤਾਂ ਇਸ ਦਾ ਮਾਲਕ ਹਾਂ, ਮੈਂ ਤੁਹਾਨੂੰ ਗੱਡੀ ਨਹੀਂ ਦੇ ਸਕਦਾ। ਜਿਸ ਤੋਂ ਬਾਅਦ ਸੀਰਤ ਦੇ ਪਿਤਾ ਨੇ ਹੱਸਦੇ ਹੋਏ ਬੋਲਿਆ ਕਿ
ਤੂੰ ਇਸ ਗੱਡੀ ਤੇ 5 ਲੱਖ ਲਗਾ ਕੇ ਇਸ ਦਾ ਮਾਲਕ ਬਣ ਗਿਆ। ਕੀ ਤੈਨੂੰ ਪਤਾ ਹੈ ਮੈਂ ਤਾਂ ਤੇਰੇ ਪੂਰੇ 25 ਲੱਖ ਰੁਪਏ ਦਿੱਤੇ ਹਨ ਅਤੇ ਤੈਨੂੰ ਪੂਰੇ 25 ਲੱਖ ਵਿੱਚ ਖਰੀਦਿਆ ਹੈ। ਫਿਰ ਮੈਂ ਤੇਰਾ ਮਾਲਕ ਹੀ ਹਾਂ। ਹੁਣ ਤੂੰ ਵੀ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ, ਕਿਉਂਕਿ ਮੈਂ ਤੇਰਾ ਸਹੁਰਾ ਨਹੀਂ ਬਲਕਿ ਮੈਂ ਤਾਂ ਤੇਰਾ ਖਰੀਦਦਾਰ ਹਾਂ ਅਤੇ ਵੇਚਣ ਵਾਲੇ ਤੇਰੇ ਪਿਤਾ ਹਨ। ਇੰਨੀ ਗੱਲ ਕਰਦੇ ਕਰਦੇ ਹਰਜੀਤ ਤੇ ਸੀਰਤ ਦੇ ਪਿਤਾ ਦੁਬਾਰਾ ਹਰਜੀਤ ਦੇ ਘਰ ਪਹੁੰਚ ਗਏ ਅਤੇ ਹਰਜੀਤ ਗੱਡੀ 'ਚ ਉਤਰਿਆ। ਜਦੋਂ ਦੁਬਾਰਾ ਹਰਜੀਤ ਦੇ ਪਿਤਾ ਨੇ ਇਹੀ ਗੱਲ ਆਖੀ ਕਿ ਬੇਟਾ ਮੈਂ ਤੇਰਾ ਖਰੀਦਦਾਰ ਹਾਂ ਅਤੇ ਵੇਚਣ ਵਾਲੇ ਤੇਰੇ ਪਿਤਾ ਹਨ, ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚ ਤੇ ਸਮਝ ਲਈ। ਤੂੰ 5 ਲੱਖ ਲਾ ਕੇ ਗੱਡੀ ਦਾ ਮਾਲਕ ਬਣ ਗਿਆ ਹੈ ਤਾਂ ਮੈਂ ਤਾਂ ਪੂਰੇ 25 ਲੱਖ ਤੇਰੇ ਪਿਤਾ ਨੂੰ ਦਿੱਤੇ ਨੇ। ਜਿਸ ਤੋਂ ਬਾਅਦ ਇਹ ਗੱਲ ਉਸਦੇ ਪਿਤਾ ਨੇ ਵੀ ਸੁਣ ਲਈ ਅਤੇ ਉਸਦਾ ਪਿਤਾ ਪਾਣੀ ਹੋ ਗਿਆ ਅਤੇ ਹਰਜੀਤ ਸਿੰਘ ਸੀਰਤ ਦੇ ਪਿਤਾ ਦੀ ਗੱਲ ਸੁਣ ਕੇ ਨੀਵੀਂ ਪਾ ਕੇ ਖੜਾ ਹੋ ਗਿਆ। ਦੋਸਤੋ, ਇਸ ਵਿੱਚ ਨਾ ਤਾਂ ਸੀਰਤ ਦਾ ਕਸੂਰ ਸੀ ਅਤੇ ਨਾ ਹੀ ਸੀਰਤ ਦੇ ਮਾਤਾ ਪਿਤਾ ਦਾ, ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਆਪਣੀ ਸਭ ਤੋਂ ਵੱਡੀ ਦੌਲਤ ਉਹਨਾਂ ਨੂੰ ਦੇ ਦਿੱਤੀ ਸੀ। ਜਿਸ ਪਿਓ ਨੇ ਆਪਣੀ ਧੀ ਹੀ ਦੇ ਦਿੱਤੀ, ਫਿਰ ਪਿੱਛੇ ਕੀ ਕੁਝ ਬਚਿਆ? ਤੁਸੀਂ ਆਪ ਹੀ ਸਮਝਦਾਰ ਹੋ ਕਿ ਪਿਤਾ ਦੀ ਸਭ ਤੋਂ ਵੱਡੀ ਦੌਲਤ ਧੀ ਨਹੀਂ ਹੁੰਦੀ। ਪਰ ਹਰਜੀਤ ਨੇ ਅਤੇ ਉਸਦੇ ਮਾਤਾ ਪਿਤਾ ਨੇ ਜੋ ਕੀਤਾ ਉਹ ਸਹੀ ਸੀ ਜਾਂ ਫਿਰ ਗਲਤ, ਇਹ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।